your energy required to remove an electron from the outermost shell of, ਠੀਕ ਹੈ। ਕਿਸੇ ਵੀ ਐਟਮ ਦੇ ਸਭ ਤੋਂ ਬਾਹਰ ਦੇ ਸ਼ੈਲ ਚੋਂ ਇਲੈਕਟ੍ਰੋਨ ਲੂਜ਼ ਕਰਨ ਵਾਸਤੇ ਜਾਂ ਕੱਢਣ ਵਾਸਤੇ ਜਿਹੜੀ એનર્ਜੀ ਚਾਹੀਦੀ ਦੈਟ ਇਜ਼ ਕਾਲਡ ਆਇਨਾਈਜੇਸ਼ਨ ਐਂਥੈਲਪੀ। ਠੀਕ ਹੈ ਜੀ। ਆਇਨਾਈਜੇਸ਼ਨ ਐਂਥੈਲਪੀ ਮਤਲਬ ਦੇਖੋ ਇਹਨਾਂ ਦਾ ਸਾਈਜ਼ ਗਰੁੱਪ 2 ਨਾਲੋਂ ਛੋਟਾ ਹੈ ਕਿ ਬੜਾ ਹੈ, ਛੇਤੀ ਬੋਲੋ। ਹਾਂਜੀ ਬੱਚੇ ਦੱਸੋ ਇਹਨਾਂ ਦਾ ਸਾਈਜ਼ 13 ਐਲੀਮੈਂਟ ਦਾ ਸਾਈਜ਼ 2 ਨਾਲੋਂ ਬੜਾ ਹੈ ਜਾਂ ਛੋਟਾ ਹੈ? ਦੇਖੋ ਤੁਸੀਂ ਆਇਨਾਈਜੇਸ਼ਨ ਐਂਥੈਲਪੀ ਨੂੰ ਨਹੀਂ ਲਿਆਓ ਵਿੱਚ, ਤੁਸੀਂ ਸਾਈਜ਼ ਦਾ ਕਨਸੈਪਟ ਯਾਦ ਰੱਖੋ ਕਿ ਅਲੋਂਗ ਦਾ ਪੀਰੀਅਡ ਸਾਈਜ਼ ਡਿਕਰੀਜ਼ ਹੋਏਗਾ। ਤੇ ਜੇ ਸਾਈਜ਼ ਛੋਟਾ ਹੈ ਤਾਂ ਇਹਦਾ ਮਤਲਬ ਹੈ ਕਿ ਬਾਹਰ ਦੇ ਇਲੈਕਟ੍ਰੋਨ ਨਿਊਕਲੀਅਸ ਦੇ ਨੇੜੇ ਹੈ ਨਾ, ਤੇ ਉਹਨਾਂ ਪਰ ਨਿਊਕਲੀਅਸ ਦਾ ਇਫੈਕਟ ਜ਼ਿਆਦਾ ਹੈ, ਤੇ ਉਸ ਇਲੈਕਟ੍ਰੋਨ ਨੂੰ ਕੱਢਣਾ ਮੁਸ਼ਕਿਲ ਹੋ ਜਾਂਦਾ। ਜਿੰਨਾ ਐਟਮ ਦਾ ਸਾਈਜ਼ ਛੋਟਾ ਹੁੰਦਾ ਨਾ ਆਇਨਾਈਜੇਸ਼ਨ ਐਂਥੈਲਪੀ ਉਨੀ ਜ਼ਿਆਦਾ ਹਾਈ ਹੁੰਦੀ ਹੈਗੀ। ਤਾਂ ਇਹਨਾਂ ਦਾ ਸਾਈਜ਼ ਗਰੁੱਪ 2 ਨਾਲੋਂ ਛੋਟਾ ਹੈ, ਤਾਂ ਆਬਵੀਅਸਲੀ ਇਹਨਾਂ ਦੀ ਆਇਨਾਈਜੇਸ਼ਨ ਐਂਥੈਲਪੀ ਗਰੁੱਪ 1 ਨਾਲੋਂ ਸੌਰੀ ਗਰੁੱਪ 2 ਨਾਲੋਂ ਕਿਆ ਹੋਣੀ ਚਾਹੀਦੀ? ਜ਼ਿਆਦਾ ਹੋਣੀ ਚਾਹੀਦੀ ਨਾ, ਕਿਉਂਕਿ ਅਲੋਂਗ ਦਾ ਪੀਰੀਅਡ ਸਾਈਜ਼ ਪੀਰੀਅਡ ਸਾਈਜ਼ ਡਿਕਰੀਜ਼, ਜੇ ਸਾਈਜ਼ ਡਿਕਰੀਜ਼ ਕਰਦਾ ਤਾਂ ਐਂਥੈਲਪੀ ਇਨਕਰੀਜ਼ ਕਰੇਗੀ। ਬਟ ਕਹਾਣੀ ਚ ਟਵਿਸਟ ਇਹ ਹੈ ਕਿ ਇਹਨਾਂ ਦੀ ਫਰਸਟ ਆਇਨਾਈਜੇਸ਼ਨ ਐਂਥੈਲਪੀ ਗਰੁੱਪ 2 ਨਾਲੋਂ ਘੱਟ ਹੁੰਦੀ। ਐਕਸਪੈਕਟਡ ਕਿਆ ਹੈ ਜ਼ਿਆਦਾ ਹੋਣੀ ਚਾਹੀਦੀ, ਪਰ ਹੁੰਦੀ ਕਿਆ ਹੈ ਘੱਟ ਹੈ। ਹੈ ਹਾਂ ਘੱਟ ਹੁੰਦੀ, ਹੋਣੀ ਜ਼ਿਆਦਾ ਚਾਹੀਦੀ ਪਰ ਹੁੰਦੀ ਘੱਟ ਹੈ। ਕਿਉਂ ਘੱਟ ਹੁੰਦੀ ਉਹ ਦੇਖੋ, ਜਿਹੜਾ ਗਰੁੱਪ 2 ਹੈ ਨਾ ਬੱਚੇ ਉਹਨਾਂ ਦੀ ਜਨਰਲ ਕਨਫਿਗੇਸ਼ਨ ਹੈ NS2, ਗਰੁੱਪ 13 ਦੀ ਕਨਫਿਗੇਸ਼ਨ ਹੈ NS2NP1। ਨੇੜੇ 2 ਹੈ ਨਾ, 14 ਨਾਲ ਵੀ ਕਰ ਸਕਦੇ, ਮਤਲਬ ਜੋ ਇਹਦੇ ਅੱਗੇ ਤੇ ਜੋ ਇਹਦੇ ਪਿੱਛੇ ਹੈ ਉਹਦੇ ਨਾਲ ਕੰਪੇਅਰ ਕਰਨਾ ਸੀ। ਹਾਂ ਹਾਂਜੀ ਗਰੁੱਪ 2 ਨਾਲੋਂ ਇਹਨਾਂ ਦੀ ਆਇਨਾਈਜੇਸ਼ਨ ਐਂਥੈਲਪੀ ਜ਼ਿਆਦਾ ਹੋਣੀ ਚਾਹੀਦੀ ਬਟ ਹੁੰਦੀ ਘੱਟ ਹੈ। ਉਹਦਾ ਰੀਜ਼ਨ ਇਹ ਹੈ ਕਿ ਜਿਹੜਾ ਗਰੁੱਪ 2 ਹੈ ਉਹਦੀ ਜਨਰਲ ਕਨਫਿਗੇਸ਼ਨ ਕਿਆ ਹੈ NS2, ਤੇ 13th ਦੀ ਕਿਆ ਹੈ NS2NP1। ਜੇ ਗਰੁੱਪ 2 ਚੋਂ ਇੱਕ ਇਲੈਕਟ੍ਰੋਨ ਕੱਢਣਾ ਤਾਂ ਉਹ S ਚੋਂ ਜਾਣਾ, ਠੀਕ ਹੈ, ਤੇ ਉਹ ਵੀ ਫੁੱਲੀ ਫਿਲਡ 'ਚ ਜਾਣਾ। ਫਿਲਡ ਹੈ ਨਾ, ਜਿਹੜਾ S ਆਰਬਿਟਲ ਹੈ ਉਹ ਇੱਥੇ ਫੁੱਲੀ ਫਿਲਡ ਹੈ, ਠੀਕ ਹੈ ਜੀ। ਇੱਕ ਤਾਂ S ਆਰਬਿਟਲ, ਦੂਜਾ ਫੁੱਲੀ ਫਿਲਡ, ਦੋਨੇ ਹੀ ਜਿਹੜੇ ਹੈ ਉਹ ਆਇਨਾਈਜੇਸ਼ਨ ਐਂਥੈਲਪੀ ਨੂੰ ਵਧਾਉਣ। ਜਿਹੜੇ ਬੱਚੇ S ਆਰਬਿਟਲਸ ਹੁੰਦੇ ਨਾ ਉਹਨਾਂ ਦੀ ਨਿਊਕਲੀਅਸ ਦੇ ਨੇੜੇ ਰਹਿਣ ਦੀ ਟੈਂਡੈਂਸੀ ਬਹੁਤ ਜ਼ਿਆਦਾ। ਇਟ ਮੀਨਸ ਜਿਹੜੇ ਇਲੈਕਟ੍ਰੋਨ S 'ਚ ਹੁੰਦੇ ਉਹ ਹਮੇਸ਼ਾ ਬਾਕੀ ਆਰਬਿਟਲਸ ਦੇ ਕੰਪੈਰੀਟਿਵਲੀ ਨਿਊਕਲੀਅਸ ਦੇ ਨੇੜੇ ਰਹਿੰਦੇ ਹੈਗੇ, ਤੇ ਜਿਹੜਾ ਨਿਊਕਲੀਅਸ ਦੇ ਨੇੜੇ ਹੈ ਇਹਦਾ ਮਤਲਬ ਉਹਦੇ ਪਰ ਨਿਊਕਲੀਅਸ ਦਾ ਇਫੈਕਟ ਵੀ ਜ਼ਿਆਦਾ ਹੈ, ਤੇ ਉਹਨੂੰ ਕੱਢਣਾ ਫਿਰ ਮੁਸ਼ਕਿਲ ਹੈ ਕਿ ਆਸਾਨ ਹੈ? ਮੁਸ਼ਕਿਲ ਹੈ। हाँ मुश्किल है मीन्स एनर्जी ज्यादा लगनी, तो आयनाइजेशन एंथैल्पी क्या होगी ज्यादा होगी। ठीक है आई गल समझ। हमेशा याद रखो अगर सेम शैल दे है ना तो ਉਹਦੇ ਵਿੱਚੋਂ S ਚੋਂ ਇਲੈਕਟ੍ਰੋਨ ਕੱਢਣੇ ਸਭ ਤੋਂ ਔਖੇ ਹੈ। ਸੇਮ ਸ਼ੈਲ ਦੇ ਮਤਲਬ ਜਿਹੜਾ ਚੌਥੀ ਸ਼ੈਲ ਦੇ ਹੈ SPDF ਚੌਥੇ ਦੇ ਨਾ ਸਾਰੇ, ਤਾਂ S ਚੋਂ ਇਲੈਕਟ੍ਰੋਨ ਕੱਢਣਾ ਸਭ ਤੋਂ ਔਖਾ ਹੈ। ਹੁਣ ਜੇ ਗਰੁੱਪ 13 ਦੀ ਗੱਲ ਕਰੀਏ ਬੱਚੇ ਤਾਂ ਗਰੁੱਪ 13 ਦੇ ਵਿੱਚ ਲਾਸਟ ਇਲੈਕਟ੍ਰੋਨ NP1 ਚ ਹੈ। ਇੱਕ ਤਾਂ ਇਹ S ਨਹੀਂ ਹੈ, ਦੂਜਾ ਇਹ ਕੋਈ ਫੁੱਲੀ ਜਾਂ ਹਾਫ ਫਿਲਡ ਨਹੀਂ ਹੈ, ਇਹਦੇ ਵਿੱਚੋਂ ਇਲੈਕਟ੍ਰੋਨ ਕੱਢਣਾ ਆਸਾਨ ਹੈ। ਤਾਂ ਇਸ ਕਰਕੇ ਚਾਹੇ ਸਾਈਜ਼ ਛੋਟਾ ਹੈ ਫਿਰ ਵੀ ਗਰੁੱਪ 13 ਦੀ ਆਇਨਾਈਜੇਸ਼ਨ ਐਂਥੈਲਪੀ 2 ਨਾਲੋਂ ਘੱਟ ਹੈ। ਠੀਕ ਹੈ ਕਲੀਅਰ ਹੈ ਕਨਸੈਪਟ। ਮੈਂ ਦੁਬਾਰਾ ਰਿਪੀਟ ਕਰ ਦਿੰਦੀ ਹਾਂ, along the period ionization enthalpy decrease ਹੁੰਦੀ ਤਾਂ ਅਸੀਂ ਐਕਸਪੈਕਟ ਕਰਦੇ ਕਿ ਜਿਹੜੀ ਗਰੁੱਪ 2 ਦੀ ionization enthalpy ਆ ਉਹ 13th ਨਾਲੋਂ ਘੱਟ ਹੋਏਗੀ, ਹੈ ਨਾ। ਮੈਂ ਦੁਬਾਰਾ ਰਿਪੀਟ ਕਰ ਦਿੰਦੀ ਹਾਂ, along the period ionization enthalpy increase ਹੁੰਦੀ,
ਤਾਂ ਗਰੁੱਪ 2 ਦੀ ਜਿਹੜੀ ਆਇਨਾਈਜੇਸ਼ਨ ਐਂਥੈਲਪੀ ਹੈ ਉਹ 13 ਨਾਲੋਂ ਵੱਧ ਘੱਟ ਹੋਣੀ ਚਾਹੀਦੀ, ਬਟ ਹੁੰਦਾ ਉਲਟਾ ਹੈ। ਗਰੁੱਪ 2 ਦੀ ਆਇਨਾਈਜੇਸ਼ਨ ਐਂਥੈਲਪੀ ਜ਼ਿਆਦਾ ਹੁੰਦੀ ਹੈ ਐਸ ਕੰਪੇਅਰ ਟੂ ਗਰੁੱਪ 13। ਉਹਦਾ ਰੀਜ਼ਨ ਇਹ ਹੈ ਕਿ ਗਰੁੱਪ 2 ਦੇ ਵਿੱਚ ਜਿਹੜੇ ਵੇਲੈਂਸ ਇਲੈਕਟ੍ਰੋਨ ਹੈ, ਆਊਟਰ ਇਲੈਕਟ੍ਰੋਨ ਹੈ, ਉਹ ਪ੍ਰੈਜ਼ੈਂਟ ਹੈ NS, ਉਹ ਵੀ ਫੁੱਲੀ ਫਿਲਡ ਐਸ ਆਰਬਿਟਲ ਦੇ ਵਿੱਚ ਹੈ। ਐਸ ਆਰਬਿਟਲਸ ਜਿਹੜੇ ਹੈ ਉਹ ਨਿਊਕਲੀਅਸ ਦੇ ਜ਼ਿਆਦਾ ਨੇੜੇ ਰਹਿੰਦੇ ਹੈਗੇ, ਇਸ ਕਰਕੇ ਉਹਨਾਂ ਦੇ ਵਿੱਚੋਂ ਇਲੈਕਟ੍ਰੋਨ ਲੂਜ਼ ਕਰਨਾ ਜਿਹੜਾ ਹੈ ਉਹ ਮੁਸ਼ਕਿਲ ਹੁੰਦਾ ਹੈਗਾ। ਬਟ ਗਰੁੱਪ 13 ਦੇ ਵਿੱਚ ਸੇਮ ਸ਼ੈਲ 'ਚ ਉਹੀ ਇਲੈਕਟ੍ਰੋਨ p 'ਚ ਹੈ, ਸ਼ੈਲ ਸੇਮ ਹੈ ਪਰ ਆਰਬਿਟਲ ਕਿਹੜਾ ਹੈ, p ਹੈ। p ਆਰਬਿਟਲ 'ਚ ਇਲੈਕਟ੍ਰੋਨ ਲੂਜ਼ ਕਰਵਾਉਣਾ ਆਸਾਨ ਹੈ ਐਸ ਕੰਪੇਅਰ ਟੂ s ਆਰਬਿਟਲ, ਤਾਂ ਉੱਥੋਂ ਇਲੈਕਟ੍ਰੋਨ ਈਜ਼ੀਲੀ ਬਾਹਰ ਨਿਕਲ ਜਾਏਗਾ। ਸੋ the ionization enthalpy of group 13 is less than that of group 2 in spite of having bigger size. Down the group, ionization enthalpy decreases due to increase in size. But ਤੁਸੀਂ ਪਿਛਲੇ ਟੌਪਿਕ 'ਚ ਪੜਿਆ, ਇੱਥੇ ਸਾਈਜ਼ 'ਚ ਥੋੜੀ ਵੇਰੀਏਸ਼ਨ ਹੈ। क्या ਵੇਰੀਏਸ਼ਨ ਹੈ? मीडियम है ना। फिर जे साइज छोटा है तो आयनाइजेशन एंथैल्पी पर भी फर्क पैना चाहिए कि नहीं? तो फर्क पैंदा है। ਜਿਹੜੀ ਫਿਰ ਗੈਲੀਅਮ ਦੀ ਆਇਨਾਈਜੇਸ਼ਨ ਐਂਥੈਲਪੀ ਹੈ ਮਤਲਬ ਜ਼ਿਆਦਾ ਨਹੀਂ ਹੈ, ਅ ਲਿਟਲ ਬਿਟ, ਬਹੁਤ ਜ਼ਿਆਦਾ ਫਰਕ ਨਹੀਂ ਹੈ, ਬਹੁਤ ਥੋੜਾ ਫਰਕ ਹੈ। ਡਿਸਕੰਟੀਨਿਊਟੀ ਥੋੜੀ ਕੁ ਆ ਜਾਂਦੀ ਐਲੂਮੀਨੀਅਮ ਤੇ ਗੈਲੀਅਮ ਦੇ ਵਿੱਚ, ਤੇ ਉਸ ਤੋਂ ਬਾਅਦ ਇੰਡੀਅਮ ਤੇ ਥੇਲੀਅਮ 'ਚ ਵੀ ਆਉਂਦੀ ਹੈ ਡਿਸਕੰਟੀਨਿਊਟੀ। ਹੁਣ ਤੁਸੀਂ ਕਹਿਣਾ ਇੰਡੀਅਮ ਤੇ ਥੇਲੀਅਮ ਨੂੰ ਹੁਣ ਕਿਆ ਬਿਮਾਰੀ ਪੈ ਗਈ? ਇੰਡੀਅਮ ਤੇ ਥੇਲੀਅਮ 'ਚ ਬਿਮਾਰੀ ਇਹ ਪੈਂਦੀ ਹੈਗੀ ਕਿ ਇੰਡੀਅਮ ਤੇ ਥੇਲੀਅਮ 'ਚ ਡੀ ਆਰਬਿਟਲਸ ਦੇ ਨਾਲ ਨਾਲ ਐਫ ਆਰਬਿਟਲਸ ਵੀ ਆ ਜਾਂਦੇ, ਤੇ ਐਫ ਆਰਬਿਟਲ ਦਾ ਸਕਰੀਨਿੰਗ ਇਫੈਕਟ ਡੀ ਨਾਲੋਂ ਵੀ ਮਾੜਾ ਹੈ। ਠੀਕ ਹੈ, ਜੇ ਸਕਰੀਨਿੰਗ ਇਫੈਕਟ ਬੱਚੇ ਪੂਅਰ ਹੈ ਤਾਂ ਬਾਹਰ ਦੇ ਇਲੈਕਟ੍ਰੋਨਸ ਪਰ ਨਿਊਕਲੀਅਸ ਦਾ ਇਫੈਕਟ ਪੈ ਰਿਹਾ ਚੰਗੀ ਤਰ੍ਹਾਂ? ਮੈਂ ਬੋਲਿਆ ਜੀ ਸਕਰੀਨਿੰਗ ਇਫੈਕਟ ਪੂਅਰ ਹੈ। ये बच्चे अगर स्क्रीनिंग इफेक्ट पुअर होगा तो उसका मतलब क्या है कि अंदर दे इलेक्ट्रॉन न्यूक्लियस दे चार्ज ਨੂੰ ਬਾਹਰ ਤੱਕ ਪੁੱਜਣ ਤੋਂ ਰੋਕ नहीं पा रहे, नहीं रोक पा रहे, तो ਇਹਦਾ मतलब है ਬਾਹਰ ਦੇ ਇਲੈਕਟ੍ਰॉन्स पर न्यूक्लियस ਦਾ ਇਫੈਕਟ ਜ਼ਿਆਦਾ ਹੋਊਗਾ ਕਿ ਘੱਟ ਹੋਊਗਾ? ਜ਼ਿਆਦਾ। जब ज्यादा है तो ਉਹਨੂੰ ਕੱਢਣਾ, ਇਲੈਕਟ੍ਰॉन ਕੱਢਣਾ ਈਜ਼ੀ है कि मुश्किल है? हाँ जी बच्चे दसो, मैं दोबारा रिपीट कर दूँ। मेरा क्वेश्चन ये है कि ਜਦੋਂ ਇੰਡੀਅਮ ਤੋਂ ਥੇਲੀਅਮ ਜਾਂਦੇ ਨਾ ਤਾਂ ਡੀ ਤੇ ਐਫ ਆਰਬਿਟਲਸ ਦੋਨੇ ਹੈ। ਐਫ ਅਸੀਂ ਸਵੇਰੇ ਡਿਸਕਸ ਕਰ ਲਿਆ ਕਿ ਡੀ ਆਰਬਿਟਲ ਦਾ ਸਕਰੀਨਿੰਗ ਇਫੈਕਟ ਬਹੁਤ ਪੂਅਰ ਹੁੰਦਾ ਹੈਗਾ। ਹੁਣ ਐਫ ਆਰਬਿਟਲ ਦਾ ਸਕਰੀਨਿੰਗ ਇਫੈਕਟ ਉਹਨਾਂ ਤੋਂ ਵੀ ਬੇਕਾਰ ਹੈ, ਮੀਨਸ ਉਹ ਇਫੈਕਟਿਵ ਨਿਊਕਲੀਅਰ ਚਾਰਜ ਨੂੰ ਲੁਕੋ ਨਹੀਂ ਸਕਦੇ, ਤਾਂ ਬਾਹਰ ਦੇ ਇਲੈਕਟ੍ਰੋਨਸ ਪਰ ਨਿਊਕਲੀਅਸ ਦਾ ਚਾਰਜ ਫਿਰ ਜ਼ਿਆਦਾ ਹੋਣਾ ਕਿ ਘੱਟ? ਜ਼ਿਆਦਾ ਹੋਏਗਾ ਨਾ। ਫਿਰ ਜੇ ਹਾਂ ਜ਼ਿਆਦਾ ਹੈ ਤਾਂ ਉਹਨੂੰ ਕੱਢਣਾ, ਫਿਰ ਇਲੈਕਟ੍ਰੋਨ ਕੱਢਣਾ ਔਖਾ ਹੋ ਜਾਂਦਾ, ਮੁਸ਼ਕਿਲ ਹੋ ਜਾਂਦਾ ਨਾ। ਤੇ ਇਸੇ ਕਰਕੇ ਥੀਲੀਅਮ ਦੀ ਆਇਨਾਈਜੇਸ਼ਨ ਐਂਥੈਲਪੀ ਇੰਡੀਅਮ ਨਾਲੋਂ ਜ਼ਿਆਦਾ ਹੋ ਜਾਂਦੀ, ਕਿਉਂਕਿ ਇੰਡੀਅਮ ਟੂ ਥੀਲੀਅਮ ਡੀ ਐਂਡ ਐਫ ਆਰਬਿਟਲਸ ਆ ਜਾਂਦੇ, ਡੀ ਤਾਂ ਪਹਿਲਾਂ ਹੀ ਥੇ, ਐਫ ਵੀ ਆ ਜਾਂਦੇ, ਤੇ ਦੋਨਾਂ ਦਾ ਪੂਅਰ ਸਕਰੀਨਿੰਗ ਇਫੈਕਟ ਜਿਹੜਾ ਹੈ ਉਹ ਥੀਲੀਅਮ ਦੀ ਆਇਨਾਈਜੇਸ਼ਨ ਐਂਥੈਲਪੀ ਨੂੰ ਵਧਾ ਦਿੰਦਾ। ਇਹਨਾਂ ਵਿੱਚ ਕੋਈ ਰੱਟਾ ਨਹੀਂ ਹੁੰਦਾ ਹੈਗਾ, ਪਰ ਤੁਹਾਨੂੰ ਕਨਸੈਪਟ ਕਲੈਰਿਟੀ ਹੋਣੀ ਚਾਹੀਦੀ ਕਿ ਸਕਰੀਨਿੰਗ ਇਫੈਕਟ ਕਿਆ ਕਰਦਾ ਹੈਗਾ ਜਾਂ ਇਫੈਕਟਿਵ ਨਿਊਕਲੀਅਰ ਚਾਰਜ ਕਿਆ ਕਰਦਾ, ਇਹ ਚੀਜ਼ਾਂ ਦੀ ਕਲੈਰਿਟੀ ਹੋਣੀ ਚਾਹੀਦੀ। ਠੀਕ ਹੈ, ਤੇ ਆਇਨਾਈਜੇਸ਼ਨ ਐਂਥੈਲਪੀ ਡੈਲਟਾ ਐਚ ਆਈ is the symbol for ionization enthalpies. delta Hi1 means first electron lose ਕਰਨ ਵਾਸਤੇ ਜਿਹੜੀ એનર્ਜੀ ਚਾਹੀਦੀ, delta Hi2 ਦੂਜੇ ਵਾਸਤੇ, delta Hi3 ਤੀਸਰੇ ਵਾਸਤੇ। ਹੁਣ ਇਹਨਾਂ ਤਿੰਨ ਆਇਨਾਈਜੇਸ਼ਨ ਐਂਥੈਲਪੀਜ਼ ਦਾ ਜਿਹੜਾ ਸਮ ਹੈ ਉਹ ਬਹੁਤ ਜ਼ਿਆਦਾ ਹਾਈ ਹੈ, ਵੈਰੀ ਹਾਈ, ਤੇ ਇਹਦਾ ਮਤਲਬ ਹੈ ਕਿ ਇਹ ਤਿੰਨ ਇਲੈਕਟ੍ਰੋਨ ਫਿਰ ਲੂਜ਼ ਕਰਨਾ ਪੋਸੀਬਲ ਨਹੀਂ ਹੈ। ਤਾਂ ਇਸ ਕਰਕੇ ਬੱਚੇ ਬੋਰੋਨ ਜਿਹੜਾ ਹੈ, एक क्वेश्चन भी आता है, बहुत इंपॉर्टेंट क्वेश्चन है कि बोरोन डज नॉट फॉर्म B3 पॉजिटिव आयन, वाई? ठीक है, ये भी क्वेश्चन बहुत आता है कि बोरोन B3 पॉजिटिव आयन नहीं बनाता,
क्यों? क्योंकि B3 पॉजिटिव आयन बनाने वास्ते ਉਹਨੂੰ 3 इलेक्ट्रॉन क्या करने ਪੈਣੇ, लूज करने ਪੈਣੇ, ਤੇ ਉਹ 3 इलेक्ट्रॉन लूज ਕਰਨ ਵਾਸਤੇ ਜਿਹੜੀ એનર્ਜੀ ਹੈ ਉਹ ਬਹੁਤ ਜ਼ਿਆਦਾ ਹਾਈ ਹੈ, ਐਂਡ ਦੈਟਸ ਵਾਈ ਬੋਰੋਨ ਜਿਹੜਾ ਹੈ ਉਹ B3 ਪੋਜ਼ਿਟਿਵ ਆਇਨ ਬਣਾਉਣਾ ਪ੍ਰੈਫਰ ਨਹੀਂ ਕਰਦਾ। ਠੀਕ ਹੈ, ਇਹ ਕੁਐਸਚਨ ਇੱਕ ਹੋਰ ਤਰ੍ਹਾਂ ਆ ਜਾਂਦਾ, ਕਹਿੰਦਾ ਬੋਰੋਨ ਡਸ ਨਾਟ ਫਾਰਮ ਆਇਨਿਕ ਕੰਪਾਊਂਡ। ਹੁਣ ਬੋਰੋਨ ਆਇਨਿਕ ਕੰਪਾਊਂਡ ਵੀ ਨਹੀਂ ਬਣਾਉਂਦਾ ਬੱਚੇ, ਆਇਨਿਕ ਕੰਪਾਊਂਡ ਬਣਾਉਣ ਵਾਸਤੇ ਉਹਨੂੰ B3 ਪੋਜ਼ਿਟਿਵ ਚ ਚੇਂਜ ਹੋਣਾ ਪੈਣਾ ਨਾ, ਤੇ ਉਹ ਹੋਣਾ ਨਹੀਂ ਚਾਹੁੰਦਾ ਕਿਉਂਕਿ એનર્ਜੀ ਨਹੀਂ ਮਿਲਣੀ, ਤਾਂ ਕਰਕੇ ਬੋਰੋਨ ਜਿਹੜਾ ਹੈ ਉਹ ਸਿਰਫ ਕੋਵਲੈਂਟ ਕੰਪਾਊਂਡਸ ਬਣਾਉਂਦਾ। ਇਹ ਚੇਤਾ ਰੱਖਿਓ, ਗਰੁੱਪ 13 ਚ ਬੋਰੋਨ ਇੱਕ ਇਹੋ ਜਿਹਾ ਐਲੀਮੈਂਟ ਹੈ ਜਿਹੜਾ ਸਿਰਫ ਤੇ ਸਿਰਫ ਕੋਵਲੈਂਟ ਕੰਪਾਊਂਡ ਬਣਾਉਂਦਾ ਹੈ। ਠੀਕ ਹੈ ਜੀ, ਇਹ ਕੁਐਸਚਨ ਵੀ ਆ ਜਾਂਦਾ, ਤੇ ਇਹਦਾ ਆਨਸਰ ਵੀ ਇਹੀ ਹੈ ਕਿ ਬੋਰੋਨ ਦੇ ਕੇਸ ਚ ਫਸਟ 3 ਆਇਨਾਈਜੇਸ਼ਨ ਐਂਥੈਲਪੀਜ਼ ਦਾ ਸਮ ਜਿਹੜਾ ਹੈ ਉਹ ਕਾਫੀ ਜ਼ਿਆਦਾ ਹਾਈ ਹੈ, ਇਸ ਕਰਕੇ ਉਹ ਆਇਨਿਕ ਕੰਪਾਊਂਡ ਨਹੀਂ ਬਣਾ ਸਕਦਾ। क्लियर? इलेक्ट्रोनेगेटिविटी, what do you understand by electronegativity? It is a tendency of an atom, ਇਹਦੇ ਬਾਰੇ ਤੁਹਾਨੂੰ ਦੱਸਿਆ ਵਾ, ਬੌਂਡ ਦੇ ਇਲੈਕਟ੍ਰੋਨਸ ਨੂੰ, ਬੋਰੋਨ ਦੇ ਇਲੈਕਟ੍ਰੋਨਸ ਨੂੰ ਆਪਣੇ ਵੱਲ ਅਟਰੈਕਟ ਕਰਨ ਦੀ ਜਿਹੜੀ ਟੈਂਡੈਂਸੀ ਹੈ that is called electronegativity। ठीक है, बोरोन टू एल्यूमिनियम डाउन द ग्रुप इलेक्ट्रोनेगेटिविटी घट दी है। ਹੁਣ ਬੱਚੇ ਇਲੈਕਟ੍ਰੋਨੈਗੇਟਿਵਿਟੀ ਦੀ ਇੱਥੇ ਡਿਸਿਪੈਂਸੀਜ਼ ਹੈਗੀਆਂ ਉਹ ਸਾਈਜ਼ ਕਰਕੇ ਹੈ, ਸਾਈਜ਼ ਤਾਂ ਡਿਵਰ ਹੀ ਜਾਂਦਾ ਨਾ, ਤਾਂ ਉਹਦੇ ਕਰਕੇ ਇਲੈਕਟ੍ਰੋਨੈਗੇਟਿਵਿਟੀ ਚੇਂਜ ਹੋਈ ਜਾਂਦੀ, ਜਿੱਦਾਂ ਬੋਰੋਨ ਦੀ ਇਲੈਕਟ੍ਰੋਨੈਗੇਟਿਵਿਟੀ ਕਾਫੀ ਹਾਈ ਹੈ, ਐਲੂਮੀਨੀਅਮ ਦੀ ਘੱਟ ਹੋ ਗਈ ਕਿਉਂਕਿ ਡਾਊਨ ਦਾ ਗਰੁੱਪ ਇਲੈਕਟ੍ਰੋਨੈਗੇਟਿਵਿਟੀ ਘਟਦੀ ਹੈ, ਪਰ ਐਲੂਮੀਨੀਅਮ ਟੂ ਗੈਲੀਅਮ ਫੇਰ ਵੱਧ ਗਈ, ਕਿਉਂ? ਸਾਈਜ਼ ਵੱਧ ਗਿਆ, ਸਾਈਜ਼ ਚੇਂਜ ਹੁੰਦਾ ਤਾਂ ਨਾਲ ਨਾਲ ਇਹਨਾਂ ਦੀਆਂ ਪ੍ਰੋਪਰਟੀਜ਼ ਵੀ ਜਿਹੜੀਆਂ ਹੈ ਉਹ ਵੇਰੀ ਕਰਦੀਆਂ, ਇਸ ਕਰਕੇ ਇਲੈਕਟ੍ਰੋਨੈਗੇਟਿਵਿਟੀ ਵਿੱਚ ਵੀ ਕੋਈ ਖਾਸ ਟ੍ਰੈਂਡ ਨਹੀਂ ਹੈ ਪਰਟੀਕੂਲਰ, ਤੇ ਪਰ ਹਾਂ ਇਹ ਹੈ ਕਿ ਬੋਰੋਨ ਦੀ ਇਲੈਕਟ੍ਰੋਨੈਗੇਟਿਵਿਟੀ ਸਭ ਤੋਂ ਜ਼ਿਆਦਾ ਹੈ, ਬੋਰੋਨ ਤੋਂ ਘੱਟ ਐਲੂਮੀਨੀਅਮ ਦੀ ਹੁੰਦੀ, ਪਰ ਐਲੂਮੀਨੀਅਮ ਤੋਂ ਫਿਰ ਕਿਹਦੀ ਵੱਧ ਜਾਂਦੀ, ਗੈਲੀਅਮ ਦੀ। ਮੈਂ ਕਹਿੰਦੀ ਕਿ ਇਲੈਕਟ੍ਰੋਨੈਗੇਟਿਵਿਟੀ ਜਿਹੜੀ ਹੈ